I will give you the statement and you have to write it on your notebook and then to solve the problem. Okay, so first of all बेटा अपने कुछ रूल्स ने न्यूमेरिकल ਨੂੰ ਕੱਢਣ ਦੇ। ਅਸਲ ਦੇ ਵਿੱਚ न्यूमेरिकल ਤੋਂ ਬਿਨਾ ਫਿਜ਼ਿਕਸ ਬੇਜਾਨ ਹੈ, ਕਿਉਂਕਿ न्यूमेरिकल ਫਿਜ਼ਿਕਸ ਦੀ ਲੈਂਗੁਏਜ ਨੇ। ਤਾਂ न्यूमेरिकल ਨੂੰ ਉਨੀ ਸੀਰੀਅਸਲੀ ਲੈਣਾ ਜਿੰਨੀ ਸੀਰੀਅਸਲੀ ਤੁਸੀਂ ਕਿਸੇ ਵੀ ਹੋਰ ਸਾਇੰਟੀਫਿਕ ਥਿੰਗ ਨੂੰ ਲੈਂਦੇ ਹੋ। न्यूमेरिकल्स ਕੱਢਣ ਦਾ ਤਰੀਕਾ ਇੱਕ ਸਾਇੰਟੀਫਿਕ ਵੇ ਆਫ ਟੈਂਪਰਾਮੈਂਟ ਹੈ। ਜਿੰਨਾ ਟਾਈਮ ਤੁਹਾਨੂੰ न्यूमेरिकल ਨਹੀਂ ਕੱਢਣਾ ਆਉਂਦਾ ਜਾਂ ਫਿਰ न्यूमेरिकल ਬਾਰੇ ਪੜ੍ਹ ਕੇ ਉਹ ਚੀਜ਼ਾਂ ਗ੍ਰੈਸਪ ਨਹੀਂ ਕਰਨੀ ਆਉਂਦਾ, ਇਹਦਾ ਮਤਲਬ ਤੁਹਾਡਾ ਸਾਇੰਟੀਫਿਕ ਟੈਂਪਰਾਮੈਂਟ ਘੱਟ ਹੈ। ਤਾਂ ਸਾਇੰਟੀਫਿਕ ਟੈਂਪਰਾਮੈਂਟ ਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਹੁੰਦੀ ਹੈ ਆਬਜ਼ਰਵੇਸ਼ਨ। ਯੂ ਸ਼ੁੱਡ ਟੇਕ ਆਬਜ਼ਰਵੇਸ਼ਨ ਆਫ ਦਾ न्यूमेरिकल, ਕੀ ਚੀਜ਼ਾਂ ਨੇ ਉਹ 'ਚ। ਦੂਜੀ ਚੀਜ਼ ਆ ਆਬਜ਼ਰਵੇਸ਼ਨ ਤੋਂ ਬਾਅਦ ਤੁਸੀਂ ਉਹ ਚੀਜ਼ਾਂ ਨੂੰ ਇੰਪਲੀਮੈਂਟ ਕਿਵੇਂ ਕਰ ਰਹੇ ਹੋ, ਠੀਕ ਹੈ। ਤਾਂ ਤੁਸੀਂ ਉਹਨਾਂ ਚੀਜ਼ਾਂ ਨੂੰ ਜਿਹੜੀ ਇਨਫੋਰਮੇਸ਼ਨ ਤੁਹਾਡੇ ਕੋਲ ਪਈ ਹੈ ਉਹਨੂੰ ਕਿਵੇਂ ਇੰਪਲੀਮੈਂਟ ਕਰਕੇ ਆਪਦੇ ਆਨਸਰ ਤੇ ਜਾਣਾ, ਆਪਦੇ ਸੋਲੂਸ਼ਨ ਤੇ ਜਾਣਾ। ਦਿਸ ਇਜ਼ ਆਲ ਅਬਾਊਟ न्यूमेरिकल। ਤਾਂ न्यूमेरिकल ਕੱਢਣ ਤੋਂ ਪਹਿਲਾਂ ਇੱਕ ਚੀਜ਼ ਸਮਝ ਲਓ ਵੀ ਤੁਸੀਂ न्यूमेरिकल ਘੱਟੋ ਘੱਟ 2 ਵਾਰ ਰੀਡ ਕਰਨਾ ਹੈ, ਮਿਨੀਮਮ 2 ਟਾਈਮਸ ਮੈਕਸੀਮਮ 3 ਟਾਈਮਸ, ਤਾਂ ਕਿ ਤੁਸੀਂ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹਨੂੰ ਗ੍ਰੈਸਪ ਕਰ ਸਕੋ। ਇਹ ਕੋਈ ਜ਼ਿਆਦਾ ਔਖੀ ਇੰਗਲਿਸ਼ ਨਹੀਂ ਹੁੰਦੀ, ਸਿੰਪਲ ਇੰਗਲਿਸ਼ ਹੁੰਦੀ ਆ, ਤੁਸੀਂ ਨਾਰਮਲ ਤੌਰ ਤੇ ਸਮਝ ਸਕਦੇ ਹੋ। ਤੇ ਉਹ ਚੀਜ਼ ਨੂੰ ਸਮਝ ਕੇ, ਪਰ ਦਿੱਕਤ ਕੀ ਆ, ਉਹ ਦਿੱਕਤ ਆਊਗੀ ਜੇ ਤੁਹਾਡੇ ਫਿਜ਼ਿਕਸ ਦੀਆਂ ਡੈਫੀਨੇਸ਼ਨ ਨਹੀਂ ਕਲੀਅਰ ਹੈਗੀਆਂ, ਤੁਸੀਂ न्यूमेरिकल ਨਹੀਂ ਕਰ ਸਕਦੇ। ਤਾਂ ਕਰਕੇ ਡੈਫੀਨੇਸ਼ਨ ਦਾ ਇਹਨਾਂ ਨਾਲ ਬਹੁਤ ਜ਼ਿਆਦਾ ਕਲੋਜ਼ ਰਿਲੇਸ਼ਨ ਆ। ਤਾਂ ਮੈਂ ਫਸਟ न्यूमेरिकल ਦੀ ਤੁਹਾਡੇ ਸਾਹਮਣੇ ਇੱਕ ਸਟੇਟਮੈਂਟ ਬੋਲਦਾ। ਪਹਿਲਾਂ ਆਪਣੀ ਕਾਪੀ ਤੇ ਪੈਨ ਚੱਕ ਲਓ, ਮੈਂ ਤੁਹਾਨੂੰ ਟਾਈਮ ਦੇ ਰਿਹਾ ਕੁਝ ਕੁ ਸੈਕਿੰਡ ਦਾ। ਪਹਿਲਾਂ ਮੈਂ ਤੁਹਾਨੂੰ ਕਹਿ ਚੁੱਕਿਆ ਸੀ। ਹਾਂਜੀ, ਕਾਪੀ ਤੇ ਪੈਨ ਤੁਸੀਂ ਚੱਕ ਲਿਆ ਤਾਂ ਰਾਈਟ ਡਾਊਨ ਅ ਪਰਸਨ ਸਟਾਰਟਸ ਹਿਸ ਜਰਨੀ, a person starts his journey from a point A going 20 meter towards east, going 20 meter towards east, then he moves to his left and goes 15 meter, full stop. After turning to his left he goes 10 meter. Find out the distance and the displacement covered by the person. ਤਾਂ ਬੇਟਾ ਪਹਿਲਾਂ ਇਹ ਸਟੇਟਮੈਂਟ ਤੁਸੀਂ 2 ਵਾਰ ਰੀਡ ਕਰੋ। ਜਿਵੇਂ ਜਿਵੇਂ ਤੁਸੀਂ ਇਹ ਸਟੇਟਮੈਂਟ ਰੀਡ ਕਰੋਗੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਡਾਇਗਰਾਮ ਬਣਨੀ ਚਾਹੀਦੀ ਆ। ਤੁਹਾਡੇ ਦਿਮਾਗ ਦੇ ਵਿੱਚ ਇੱਕ ਡਾਇਗਰਾਮ ਬਣਨੀ ਚਾਹੀਦੀ ਆ, ਤੇ ਇਹ ਡਾਇਗਰਾਮ ਹੀ ਤੁਹਾਨੂੰ न्यूमेरिकल ਫਾਈਂਡ ਆਊਟ ਕਰਨ ਦੇ ਵਿੱਚ ਹੈਲਪ ਕਰੂ, ਠੀਕ ਹੈ। ਤਾਂ ਡਾਇਗਰਾਮ ਮੈਂ ਬਣਾਉਣਾ। ਲੈਟ ਅਸ ਸਪੋਜ਼ ਉਹਨੇ ਕੀ ਕਿਹਾ, ਅ ਪਰਸਨ ਸਟਾਰਟਸ ਮੂਵਿੰਗ ਫਰੋਮ ਅ ਪੁਆਇੰਟ A। ਤਾਂ ਮੈਂ ਇੱਕ A ਪੁਆਇੰਟ ਲੈ ਲਿਆ, ਆਪਦੀ ਮਰਜ਼ੀ ਨਾਲ ਲੈ ਲਿਆ A। ਉਦੋਂ ਪਹਿਲਾਂ ਤੁਹਾਨੂੰ ਡਾਇਰੈਕਸ਼ਨਸ ਦਾ ਪਤਾ ਹੋਣਾ ਚਾਹੀਦਾ। ਜਦੋਂ ਤੁਸੀਂ ਇਸ ਤਰ੍ਹਾਂ ਬੈਠੇ ਹੋ ਨਾ, ਆਪਦੀ ਕਾਪੀ ਦੇ ਉੱਤੇ ਇਸ ਤਰ੍ਹਾਂ ਬੈਠੇ ਹੋ, ਤਾਂ ਬੇਟਾ ਇਸ ਸਾਈਡ ਈਸਟ ਹੈ, ਇਸ ਸਾਈਡ ਵੈਸਟ ਹੈ, ਨਾਰਥ ਐਂਡ ਸਾਊਥ। ਹੁਣ ਮੈਂ ਇਹਦੇ ਹਿਸਾਬ ਨਾਲ ਹੀ ਸਾਰਾ ਕੁਝ ਕਰੂੰਗਾ। A person starts his journey from point A going 20 meter towards east, east ਵੱਲ ਨੂੰ 20 ਮੀਟਰ ਗਿਆ, ਲੋ ਜੀ 20 ਮੀਟਰ ਈਸਟ ਵੱਲ ਨੂੰ ਚਲਾ। ਇੱਥੇ ਆ ਕੇ ਉਹਨੇ ਕੀ ਕੀਤਾ, then he moves his left। ਹੁਣ ਜਦੋਂ ਮੈਂ ਇੱਥੇ ਆ, ਮੇਰਾ ਲੈਫਟ ਕੀ ਹੋਊਗਾ, ਇਸ ਤਰਫ ਨੂੰ ਹੋਊਗਾ। ਫੋਰ ਐਗਜ਼ਾਮਪਲ ਮੈਂ ਇੱਥੇ ਖੜਾ, ਈਸਟ ਵੱਲ ਨੂੰ ਜਾ ਕੇ ਮੈਂ ਲੈਫਟ ਵੱਲ ਨੂੰ ਜਾਣਾ। ਹੁਣ ਮੈਂ ਕੀ ਕਰੂੰਗਾ, ਕਿੱਧਰ ਨੂੰ ਆ ਮੇਰਾ ਲੈਫਟ, ਉਧਰਲੇ ਪਾਸੇ ਨੂੰ ਹੋ ਗਿਆ। ਤਾਂ ਮੈਂ ਉੱਪਰ ਜਾਊਂਗਾ ਲੈਫਟ, ਠੀਕ ਹੈ ਜੀ। ਇਮੇਜਿਨ ਕਰੋ, ਤਾਂ ਇਹ ਤੁਹਾਡਾ ਲੈਫਟ ਹੋ ਜਾਊਗਾ ਉਸ ਤਰ੍ਹਾਂ। ਨੈਕਸਟ ਕੀ ਕਹਿ ਰਿਹਾ ਉਹ, ਨੈਕਸਟ ਉਹ ਕਹਿ ਰਿਹਾ ਬੇਟਾ then he moves to left and goes 15। ਇੱਥੇ ਆ ਕੇ ਉਹ ਫੇਰ ਲੈਫਟ ਵੱਲ ਨੂੰ ਚਲਾ ਗਿਆ, ਇੱਥੇ ਐਵੇਂ ਖੜਾ ਹੋ, ਫੇਰ ਲੈਫਟ ਕੀ ਹੈ ਇਧਰਲੇ ਪਾਸੇ। ਹੁਣ ਇਹ 15 ਮੀਟਰ ਇੱਥੇ ਆ ਗਿਆ। ਚਲੋ ਮੈਂ ਇੱਥੇ 15 ਮੀਟਰ ਇਹ ਸੀ, 10 ਮੀਟਰ ਇਹ ਸੀ, ਠੀਕ ਹੈ ਬੇਟਾ। ਨਹੀਂ ਸੌਰੀ 15 ਮੀਟਰ ਇਹ ਹੈ, ਲੈਫਟ ਤੇ ਜਾ ਕੇ ਅਗੇਨ ਲੈਫਟ ਟਰਨ ਹੋ ਕੇ ਉਹ 10 ਮੀਟਰ ਚਲਾ ਗਿਆ। ਅਗੇਨ ਲੈਫਟ ਟਰਨ ਹੋਇਆ ਉਹ ਇੱਥੋਂ ਦੁਬਾਰਾ, ਫਿਰ ਉਹ 10 ਮੀਟਰ ਚਲਾ ਗਿਆ। ਇਹ B ਪੁਆਇੰਟ ਆ ਉਹਦਾ, ਜਿੱਥੇ ਉਹਦਾ ਫਾਈਨਲ ਪੁਆਇੰਟ ਹੈ। ਹੁਣ ਉਹ ਪੁੱਛ ਰਹੇ ਨੇ ਆਪਾਂ ਤੋਂ ਫਾਈਂਡ ਆਊਟ ਦਾ ਡਿਸਟੈਂਸ ਐਂਡ ਦਾ ਡਿਸਪਲੇਸਮੈਂਟ। ਪਹਿਲਾਂ ਤਾਂ ਡਿਸਟੈਂਸ ਕੀ ਹੋਊਗਾ, ਪੁਆਇੰਟ ਹੈ ਨਾਮ ਜਦੋਂ A B C ਐਂਡ ਚਲੋ ਇੱਥੇ ਮੈਂ D ਕਰਤਾ। ਤਾਂ ਡਿਸਟੈਂਸ ਕੀ ਹੁੰਦਾ ਬੇਟਾ, ਡਿਸਟੈਂਸ ਇਜ਼ ਦਾ actual path covered by the body, which is AB plus BC plus CD. And distance is equal to 20 meter plus 15 meter plus 10 meter. Without this meter
योर क्वेश्चन योर आंसर इज नथिंग, क्योंकि मीटर देने बहुत जरूरी ने, यूनिट्स देने बहुत जरूरी ने। ਇਹਦਾ आंसर की आ जाऊगा बेटा, ਇਹਦਾ आंसर आ जाऊगा ਤੁਹਾਡੇ ਕੋਲ 35 मीटर। दिस इज डिस्टेंस, डिस्टेंस है 35 मीटर। ਹੁਣ ਆਪਾਂ ਗੱਲ ਕਰਦੇ ਹਾਂ डिस्प्लेसमेंट ਦੀ। डिस्प्लेसमेंट ਦੀ ਡੈਫੀਨੇਸ਼ਨ ਤੁਹਾਨੂੰ ਪਤਾ, it is the shortest distance between two points. Sorry 45, I'm sorry 45, ਉਹ ਜੇ ਇੱਥੇ ਆਪਣੇ ਕੋਲ ਹੁੰਦਾ 5 ਹੁੰਦਾ ਤਾਂ 35 ਸੀ, 45 ਸੌਰੀ। ਹਾਂਜੀ ਡਿਸਪਲੇਸਮੈਂਟ, ਤਾਂ ਇਹ ਡਿਸਪਲੇਸਮੈਂਟ ਆ ਜਿਹੜਾ, ਇਹਦੀ ਆਪਾਂ ਨੂੰ ਡੈਫੀਨੇਸ਼ਨ ਪਤਾ ਬੇਟਾ। ਡਿਸਪਲੇਸਮੈਂਟ ਦੀ ਡੈਫੀਨੇਸ਼ਨ ਕੀ ਹੈ? ਡਿਸਪਲੇਸਮੈਂਟ ਦੀ ਸ਼ਾਰਟੈਸਟ ਡਿਸਟੈਂਸ। ਹੁਣ ਸ਼ਾਰਟੈਸਟ ਡਿਸਟੈਂਸ ਕਿਹੜਾ ਹੈਗਾ? ਆ ਸ਼ਾਰਟੈਸਟ ਡਿਸਟੈਂਸ ਹੈ। ਇਹਨੂੰ ਕਿਵੇਂ ਮੈਜ਼ਰ ਕਰੋਗੇ ਤੁਸੀਂ? ਇਹ ਚੀਜ਼, ਇਹ ਜਿਹੜਾ ਆ ਪੁਆਇੰਟ ਤੇ ਇਹ ਪੁਆਇੰਟ ਦੇ ਵਿੱਚ ਕਿੰਨਾ ਡਿਸਟੈਂਸ ਹੋਊਗਾ? 10 ਮੀਟਰ ਹੀ ਹੋਏਗੀ। ਤਾਂ ਤੁਹਾਨੂੰ ਨਹੀਂ ਲੱਗਦਾ ਇੱਕ 90 ਡਿਗਰੀ ਐਂਗਲ ਬਣ ਗਈ ਤੇ ਪਾਈਥਾਗੋਰਸ ਥਿਊਰਮ ਲਾ ਕੇ ਆਪਾਂ ਡਿਸਪਲੇਸਮੈਂਟ ਫਾਈਂਡ ਆਊਟ ਕਰ ਲਾਂਗੇ। ਠੀਕ ਹੈ ਜੀ, ਪਾਈਥਾਗੋਰਸ ਲਾਓ, ਇਹ ਪੁਆਇੰਟ ਨੂੰ ਮੈਂ ਇੱਥੇ E ਮੰਨ ਲਿਆ, ਤਾਂ ਜਿਹੜਾ ਆਪਣੇ ਕੋਲ AD ਹੋਊਗਾ which is the displacement, ਉਹ ਕੀ ਹੋਊਗੀ? according to Pythagoras theorem, AD square is equal to AE square plus ED square। ये पता नहीं बेटा मैनू, AE हाँ जी, ये कितना होगा? ये 15 हो, सॉरी ये कितना होगा? ये तो 15 हो गया ना, सामने वाला ये 15 हो गया। ये कितना हो गया बेटा? ये अपने कोल ऊपर 10 है, नीचे पूरा 20 सी, तो ये की रह गया? ये 20 माइनस 10 रह गया विच इज 10 मीटर। तो AE होगा 10 मीटर, 10 स्क्वायर प्लस 15 द स्क्वायर। तो AD स्क्वायर इज इक्वल टू 100 प्लस 2 to 5, AD is equal to under root 325, which is come to be, ਤੁਸੀਂ ਇਹ ਕੱਟ ਕੇ ਦੇਖੋ, ਇਹ ਆਊਗਾ 18.027 मीटर। आ देखना, ठीक है। ਇਹ 15 ਇਹਦੇ ਸਾਹਮਣੇ ਆ ਗਿਆ ਬੇਟਾ, ਤਾਂ ਇਹ 15 ਹੋ ਗਿਆ, ਤੇ ਜਿਹੜਾ ਇਹ ਰਹਿ ਗਿਆ, ਇਹ ਕਿੰਨਾ ਰਹਿ ਗਿਆ? ਪੂਰਾ 20 ਸੀ, ਉੱਪਰ 10 ਸੀ। ਜੇ ਮੈਂ ਇਹਨੂੰ ਇਹਦੇ ਸੁਪਰਇੰਪੋਜ਼ ਕਰਦਾ ਤਾਂ ਇਹ 10 ਤਾਂ ਵਿੱਚੋਂ ਕੈਨਸਲ ਹੋ ਜਾਊਗਾ, ਤਾਂ ਜਿਹੜਾ ਪਿੱਛੇ ਰਹਿ ਗਿਆ ਸੀ ਉਹ ਕਿੰਨਾ ਰਹਿ ਗਿਆ ਸੀ? 10 ਮੀਟਰ ਰਹਿ ਗਿਆ ਸੀ। ਸੋ ਦਿਸ ਇਜ਼ ਡਿਸਪਲੇਸਮੈਂਟ। ਤਾਂ ਡਿਸਟੈਂਸ ਕਿੰਨਾ ਸੀਗਾ? 45 ਮੀਟਰ। ਡਿਸਪਲੇਸਮੈਂਟ ਕਿੰਨੀ ਆ? 18.027 ਮੀਟਰ। ਤਾਂ ਇੱਥੋਂ ਆਪਾਂ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਡਿਸਟੈਂਸ ਤੇ ਡਿਸਪਲੇਸਮੈਂਟ ਦਾ। ਨੈਕਸਟ ਨੂਮੈਰੀਕਲ ਮੈਂ ਤੁਹਾਨੂੰ ਬੋਲਦਾ, ਡਿਕਟੇਟ ਕਰਦਾ, ਤਾਂ ਉਹ ਬੜਾ ਈਜ਼ੀ ਆ, ਉਹ ਤੁਸੀਂ ਆਪ ਵੀ ਕੱਢ ਸਕਦੇ ਹੋ। ਤਾਂ ਨੂਮੈਰੀਕਲ ਲਿਖੋ ਬੇਟਾ, a body moves in a straight path, a body moves in a straight path, come back to its initial position through that straight path। ਜਿਹੜੇ straight path ਚੋਂ ਗਈ ਆ ਉਸੇ straight path ਚੋਂ ਉਹ ਵਾਪਸ ਆ ਗਈ ਬੇਟਾ, covering a distance of 10 meter, in each path। हरेक पाथ गई उदों भी 10 मीटर, आई वापस उदों भी 10 मीटर। कैलकुलेट टोटल डिस्टेंस एंड डिस्प्लेसमेंट बाय द बॉडी। ਤਾਂ ਇਹਦਾ ਬੇਟਾ ਇਦੋਂ ਵੀ ਸੌਖੀ ਡਾਇਗਰਾਮ ਬਣੂ ਇਹਦੀ। ਤਾਂ ਇੱਕ ਸਟ੍ਰੇਟ ਲਾਈਨ ਹੈ, ਬਸ ਨਾਰਮਲ ਇੱਕ ਸਟ੍ਰੇਟ ਲਾਈਨ ਬਣਾਉਣੀ ਆ ਤੁਸੀਂ। 10 ਮੀਟਰ ਗਈ, 10 ਮੀਟਰ ਵਾਪਸ ਆਈ, ਟੋਟਲ ਡਿਸਟੈਂਸ ਕਿੰਨਾ ਹੋਇਆ? 20 ਮੀਟਰ। ਡਿਸਪਲੇਸਮੈਂਟ ਕਿੰਨੀ ਹੋਈ? 0, ਕਿਉਂਕਿ ਬੇਟਾ ਆਪਣੀ ਪਾਥ ਤੇ ਦੁਬਾਰਾ ਵਾਪਸ ਆ ਗਈ। ਠੀਕ ਹੈ ਜੀ, ਤਾਂ ਇਹ ਤੁਸੀਂ ਆਪਣੀ ਕਾਪੀ ਤੇ ਕੱਢ ਲੈਣਾ। ਇੱਕ ਥਰਡ ਟਾਈਪ ਆਫ ਨੂਮੈਰੀਕਲ ਆ ਜਿਹੜਾ ਆਪਾਂ ਨਾ ਸਰਕੂਲਰ ਮੋਸ਼ਨ ਦੀ ਗੱਲ ਕਰਾਂਗੇ। ਤਾਂ ਉਹ ਸਟੇਟਮੈਂਟ ਲਿਖੋ, ਅ ਬੋਡੀ ਮੂਵਸ in a circular path having diameter 7 meter। Calculate the distance and displacement covered by the body in 3 rounds। Calculate the distance and displacement covered by the body in 3 rounds। 3 ਰਾਉਂਡਸ ਦੇ ਵਿੱਚ ਕਿੰਨਾ ਡਿਸਟੈਂਸ ਤੇ ਕਿੰਨੀ ਡਿਸਪਲੇਸਮੈਂਟ ਉਹ ਕਵਰ ਕਰ ਚੁੱਕੀ। ਤਾਂ ਸਭ ਤੋਂ ਪਹਿਲਾਂ ਤਾਂ ਉਹ ਕਹਿ ਰਿਹਾ ਵੀ ਇੱਕ ਸਰਕੂਲਰ ਪਾਥ ਜਾ ਰਹੀ ਆ, ਉਹ ਸਰਕੂਲਰ ਪਾਥ, ਠੀਕ ਹੈ ਜੀ, ਜਿਹਦਾ ਡਾਇਆਮੀਟਰ 7 ਮੀਟਰ ਹੈ।
7 मीटर। ਹੁਣ ਇੱਥੇ ਤੁਹਾਨੂੰ ਮੈਥ ਦਾ ਫੰਡਾਮੈਂਟਲ ਪਤਾ ਹੋਣਾ ਚਾਹੀਦਾ ਵੀ ਸਰਕਮਫਰੈਂਸ ਕੀ ਹੁੰਦਾ, ਏਰੀਆ ਕੀ ਹੁੰਦਾ। ਸਰਕਮਫਰੈਂਸ ਹੁੰਦਾ ਇਹਦੇ ਸਿਰਿਆਂ ਤੇ ਜੇ ਆਪਾਂ ਚੱਲਣ ਲੱਗ ਜਾਈਏ ਤਾਂ ਮੈਂ ਕਿੰਨੀ ਦੂਰੀ ਤੈਅ ਕਰ ਦੂੰਗਾ ਚੱਲਦਾ ਚੱਲਦਾ, ਉਹਨੂੰ ਮੈਂ ਸਰਕਮਫਰੈਂਸ ਕਹੂੰ। ਏਰੀਆ ਹੁੰਦਾ ਬੇਟਾ ਇਹਨੇ ਵਿੱਚੋਂ ਕਿੰਨਾ ਏਰੀਆ ਕਵਰ ਕਰ ਰੱਖਿਆ, ਉਹਨੂੰ ਆਪਾਂ ਏਰੀਆ ਕਹਿੰਦੇ ਹਾਂ। ਤਾਂ ਸਰਕਮਫਰੈਂਸ ਇੱਕ ਲੈਂਥ ਹੁੰਦੀ ਆ ਤੇ ਜਿਹੜਾ ਏਰੀਆ ਹੁੰਦਾ ਉਹਦੇ ਵਿੱਚ ਉਹਨੇ ਕਿੰਨੀ ਜਗ੍ਹਾ ਘੇਰ ਰੱਖੀ, ਉਹਨੂੰ ਏਰੀਆ ਕਹਿੰਦੇ ਆ। ਤਾਂ ਇਸ ਕੁਐਸਚਨ ਦੇ ਵਿੱਚ ਜਦੋਂ ਆਪਾਂ ਡਿਸਟੈਂਸ ਫਾਈਂਡ ਆਊਟ ਕਰਨਾ ਜਾਂ ਡਿਸਪਲੇਸਮੈਂਟ ਫਾਈਂਡ ਆਊਟ ਕਰਨੀ ਆ, ਉਦੋਂ ਆਪਾਂ ਕੀ ਕਰਾਂਗੇ, ਉਦੋਂ ਆਪਾਂ ਸਰਕਮਫਰੈਂਸ ਦੀ ਗੱਲ ਕਰਾਂਗੇ। ਡਿਸਟੈਂਸ ਲਈ ਤਾਂ ਸਰਕਮਫਰੈਂਸ। ਫੋਰ ਐਗਜ਼ਾਮਪਲ ਉਦੋਂ ਚੱਲਿਆ ਇੱਥੋਂ ਚੱਲਿਆ ਇੱਥੇ ਤੱਕ ਇੱਕ ਚੱਕਰ ਪੂਰਾ ਹੋ ਗਿਆ, ਦੈਨ ਦੂਜਾ ਚੱਕਰ ਪੂਰਾ ਹੋ ਗਿਆ ਤੇ ਤੀਜਾ ਚੱਕਰ ਪੂਰਾ ਹੋ ਗਿਆ। ਤਾਂ ਮੈਨੂੰ ਇਹਦਾ ਸਰਕਮਫਰੈਂਸ ਕੱਢਣਾ ਪਊ। ਤਾਂ ਮੈਂ ਇਹਦੇ ਦੋ ਸੋਲੂਸ਼ਨ ਕੱਢੂ। ਪਹਿਲਾਂ ਡਿਸਟੈਂਸ ਲਈ, ਡਿਸਟੈਂਸ ਫॉर डिस्टेंस we have to calculate circumference। तो ये circumference की है, diameter given diameter is 7 मीटर ते circumference का फार्मूला की हुंदा पाई डी, पाई कितना बेटा 22/7 गुना 7, 7 ਨਾਲ 7 कैंसल, 22 मीटर। बट ये 22 मीटर ਜਿਹੜਾ ਇਹ ਇੱਕ ਸਰਕਲ ਦਾ ਆਇਆ ਜਦੋਂ ਇੱਕ ਵਾਰ ਗਿਆ। ਹੁਣ ਆਪਾਂ ਕਿੰਨੇ ਵਾਰ ਕਵਰ ਕੀਤਾ ਉਹ ਸਰਕਲ ਨੂੰ, 3 ਵਾਰ ਕਵਰ ਕੀਤਾਗਾ। ਤਾਂ ਟੋਟਲ ਡਿਸਟੈਂਸ in 3 circular कितना है बेटा 22 into 3 which is 66 मीटर। ਤਾਂ ਇੱਕ ਬਾਈ ਦੂਸਰਾ ਬਾਈ ਤਾਂ 2 44 ਹੋ ਗਏ, ਤੀਜਾ ਆ ਗਿਆ 66 ਹੋ ਗਏ ਬੇਟਾ। 66 ਮੀਟਰ ਉਹਨੇ ਟੋਟਲ ਡਿਸਟੈਂਸ ਕਵਰ ਕੀਤਾ। ਬਟ ਡਿਸਪਲੇਸਮੈਂਟ ਕੀ ਹੋਊ, ਕਿਉਂਕਿ ਉਹ A ਤੋਂ ਚੱਲਿਆ ਸੀ ਤੇ ਵਾਪਸ ਹੀ ਉਸੇ ਪੁਆਇੰਟ ਤੇ ਸੇਮ ਤੇ ਚਲਾ ਗਿਆ, ਤਾਂ ਡਿਸਪਲੇਸਮੈਂਟ ਉਹਦੀ ਕੀ ਆ ਬੇਟਾ ਜੀ 0। ਡਿਸਪਲੇਸਮੈਂਟ ਉਹਦੀ ਕੀ ਆ 0। ਤਾਂ ਉੱਥੇ ਉਹ 0 ਡਿਸਪਲੇਸਮੈਂਟ ਆ ਬਟ ਡਿਸਟੈਂਸ ਕੀ ਆ 66 ਮੀਟਰ। ਤਾਂ ਇਸ ਤਰ੍ਹਾਂ ਨਾਲ ਆਪਾਂ ਇਹ ਤਿੰਨ ਟਾਈਪ ਦੇ ਨੂਮੈਰੀਕਲ ਨੇ। ਇੱਕ ਤੁਹਾਨੂੰ ਨਾ NCERT ਦਾ ਨੂਮੈਰੀਕਲ ਆ, ਉਹਦੇ ਵਿੱਚ ਇੱਕ ਕਿਸਾਨ ਹੈ, ਸ਼ਾਇਦ ਸੈਕੰਡ ਜਾਂ ਥਰਡ ਨੂਮੈਰੀਕਲ ਆ, ਉਹ ਸਕੁਅਰ ਦੇ ਵਿੱਚ ਮੂਵ ਕਰਦਾਗਾ। ਉਹ ਸਕੁਅਰ ਉਹਦਾ ਫੀਲਡ ਆ, ਉਹ ਸਕੁਅਰ ਫੀਲਡ ਹੈ ਤੇ ਉਹਦੇ ਵਿੱਚ ਉਹ ਮੂਵ ਕਰਦਾਗਾ ਤੇ ਉਹ ਸਕੁਅਰ ਫੀਲਡ ਦੀ ਇੱਕ ਸਾਈਡ ਹੈਗੀ 10 ਮੀਟਰ। ਚਲੋ ਆਪਾਂ ਗੱਲ ਕਰਦੇ ਹਾਂ। 10 ਮੀਟਰ ਇਹ ਹੈ ਬੇਟਾ, 10 ਮੀਟਰ ਇਹ ਹੈ, 10 ਮੀਟਰ ਇਹ ਹੈ ਤੇ 10 ਮੀਟਰ ਇਹ। ਇਹਦੇ ਵਰਗਾ ਹੀ ਨੂਮੈਰੀਕਲ ਆਉ ਸ਼ਾਇਦ। ਫੋਰ ਐਗਜ਼ਾਮਪਲ ਉਹ A ਤੋਂ ਚੱਲਿਆ B C ਐਂਡ D, ਉਹਨੇ ਇਹਦੇ 4.5 ਚੱਕਰ ਲਾਏ। ਹੁਣ ਇੱਥੇ ਦਿੱਕਤ ਹੈ, ਉਹਨੇ ਪੂਰਾ ਚੱਕਰ ਨਹੀਂ ਗਿਆ, ਉਹ ਕਹਿੰਦਾ 4.5 ਇਹਨੇ ਮਤਲਬ ਚੱਕਰ ਲਾਏ ਇਹਦੇ, ਉਹ 4.5 ਗਿਆ। ਤਾਂ ਟੋਟਲ ਡਿਸਟੈਂਸ ਕਿੰਨਾ ਤੇ डिस्प्लेसमेंट कितना। एक चक्कर से बेटा कितना डिस्टेंस कवर करूंगा, डिस्टेंस कवर इन 1 गो। एक बार चो 40 मीटर का डिस्टेंस कवर करूंगा। मैं क्या उन्हें 4.5 चक्कर लाए, 4 टाइम्स दे विच डिस्टेंस कवर इन 4 गो कितना करूँ 40 into 4 160 मीटर करूँगा। पर मैं क्या उन्हें 4.5 लाए। तो चलो फॉर एग्जांपल इत्थों चलिया हो एक चक्कर 2 3 4, हुण की है हाफ चक्कर पूरा हो, हाफ मतलब इत्थों चलू तो इत्थे तक आऊ, मतलब एक्स्ट्रा 20। डिस्टेंस इन 1 इन हाफ गो, हाफ गो कितना होगा 20 मीटर होगा। तो टोटल डिस्टेंस बेटा 4 ਤੇ ਇਹਨੂੰ ਪਲੱਸ ਕਰ ਦੋ 180 ਮੀਟਰ। ਹੁਣ ਪੁੱਛ ਰਹੇ ਨੇ ਡਿਸਪਲੇਸਮੈਂਟ ਕਿੰਨੀ ਕਰੂਗਾ। ਡਿਸਪਲੇਸ ਉਹ ਕਿੱਥੋਂ ਕਰੂ A to B to C। ਹੁਣ ਉਹ ਜਿਹੜੀ ਡਿਸਪਲੇਸਮੈਂਟ ਆ ਉਹ ਇਹ ਆ, ਇਹ 90 ਡਿਗਰੀ ਆ ਗਿਆ। ਤੁਹਾਡਾ ਕੀ ਲੱਗ ਜੂ ਇੱਥੇ ਪਾਈਥਾਗੋਰਸ ਤੋਂ ਲੱਗ ਜੂਗੀ। ਪਾਈਥਾਗੋਰਸ ਲਾ ਕੇ
AC ਦਾ ਡਿਸਟੈਂਸ ਕੱਢ ਦੋ, that will be your displacement। ਤਾਂ ਬੇਟਾ ਇਸ ਤਰ੍ਹਾਂ ਦੇ ਨੂਮੈਰੀਕਲ ਨੇ ਡਿਸਟੈਂਸ ਤੇ ਡਿਸਪਲੇਸਮੈਂਟ ਦੇ, ਇਦੋਂ ਉੱਪਰ ਕੋਈ ਨੂਮੈਰੀਕਲ ਨਹੀਂ ਹੈਗਾ, ਤੁਸੀਂ ਕਿਸੇ ਵੀ ਬੁੱਕ 'ਚ ਚੱਕ ਕੇ ਦੇਖ ਸਕਦੇ ਹੋ, NCERT ਚਾਹੇ ਜਿਹੜੀ ਵੀ ਤੁਹਾਡੇ ਕੋਲ ਆ, ਪ੍ਰਦੀਪ ਹੈ, ਐਸ ਚਾਂਦ ਹੈ, ਕੋਈ ਵੀ ਹੈ। ਤਾਂ ਕੱਲ ਤੋਂ ਆਪਾਂ ਜਿਹੜਾ ਟੌਪਿਕ ਸ਼ੁਰੂ ਕਰਨਾ ਉਹ ਆਪਾਂ ਇਹ ਤਾਂ ਆਪਾਂ ਗੱਲ ਕੀਤੀ ਸੀ ਡਿਸਟੈਂਸ ਦੀ ਫਰੋਮ ਵਨ ਪਲੇਸ ਟੂ ਅਨਦਰ, ਹੁਣ ਆਪਾਂ ਗੱਲ ਕਰਾਂਗੇ ਡਿਸਟੈਂਸ ਵਿਦ ਰਿਸਪੈਕਟ ਟੂ ਟਾਈਮ। ਜਿਹੜਾ ਮੈਂ ਤੁਹਾਨੂੰ ਕਿਹਾ ਸੀ ਟਾਈਮ ਇਜ਼ ਐਨ ਐਬਸੋਲੂਟ ਆਇਡੈਂਟੀਟੀ, ਤੇ ਕੱਲ ਤੋਂ ਆਪਾਂ ਟਾਈਮ ਤੇ ਡਿਸਟੈਂਸ 'ਚ ਰਿਲੇਸ਼ਨ ਪਤਾ ਕਰਕੇ ਉਹਨਾਂ ਟਰਮਸ ਦੇ ਬਾਰੇ ਗੱਲ ਕਰਾਂਗੇ, ਉਹਨਾਂ ਫਿਜ਼ੀਕਲ ਕੁਆਂਟੀਟੀਜ਼ ਦੇ ਬਾਰੇ ਗੱਲ ਕਰਾਂਗੇ ਜਿਹੜੀਆਂ ਟਾਈਮ ਤੇ ਡਿਸਟੈਂਸ ਦੇ ਰਿਲੇਸ਼ਨ ਨਾਲ ਆਪਣੇ ਕੋਲ ਪੈਦਾ ਹੁੰਦੀਆਂ ਨੇ। ਠੀਕ ਹੈ ਜੀ, ਥੈਂਕ ਯੂ ਫॉर योर टाइम।